ਜਦੋਂ ਤੁਸੀਂ ਕੇਂਦਰੀਕਰਨ ਕਰਨਾ ਹੋਵੇ ਤਾਂ ਜਿਹੜੀਆਂ ਹੇਠਲੀਆਂ ਯੂਨਿਟਸ ਨੇ, ਜਿਵੇਂ ਆਪਾਂ ਸਟੇਟ ਲੈਵਲ ਦੀਆਂ ਕਹੀਏ, ਕਿ ਉਹਨਾਂ ਦੇ ਵਿੱਚ ਕਈ ਗਰੁੱਪ ਜਾਣ ਬੁੱਝ ਕੇ ਵੀ ਪੈਦਾ ਕੀਤੇ ਜਾਂਦੇ ਨੇ। ਸਮਾਂ ਲੰਘਣ ਨਾਲ ਜਦੋਂ ਕੇਂਦਰ ਦੇ ਵਿੱਚ ਕਾਂਗਰਸ ਦੀ ਸਰਕਾਰ ਨਹੀਂ ਰਹੀ ਤਾਂ ਵਿੱਚੋਂ ਸੁਰਾਂ ਗਾਂਧੀ ਪਰਿਵਾਰ ਦੇ ਅਗੇਂਸਟ ਉੱਠੀਆਂ, ਜਿਨ੍ਹਾਂ ਨੂੰ ਬਹੁਤ ਵਾਰ ਮੌਕੇ ਨਹੀਂ ਮਿਲੇ। ਬੀਜੇਪੀ ਕੋਲ ਇੱਕ ਸਾਧਨ ਨੇ, ਉਹਨਾਂ ਨੇ ਮੀਡੀਆ ਰਾਹੀਂ ਇੱਕ ਪ੍ਰੈਸ਼ਰ ਕ੍ਰੀਏਟ ਕੀਤਾ ਕਿ ਜੀ ਕਾਂਗਰਸ ਦੇ ਅੰਦਰ ਹੀ ਲੋਕਤੰਤਰ ਨਹੀਂ ਹੈ। 20 ਸਾਲ ਹੋ ਗਏ ਲਗਭਗ, ਉਸ ਤੋਂ ਬਾਅਦ ਕਾਂਗਰਸ ਦੇ ਪ੍ਰਧਾਨ ਦੀ ਕੋਈ ਚੋਣ ਹੀ ਨਹੀਂ ਹੋ ਰਹੀ ਹੈ, ਜਾਂ ਇਹਨਾਂ ਕੋਲੇ ਗਾਂਧੀ ਪਰਿਵਾਰ ਤੋਂ ਬਿਨਾਂ ਕੋਈ ਆਪਸ਼ਨ ਹੀ ਨਹੀਂ ਹੈ। ਜੇ ਰਾਹੁਲ ਗਾਂਧੀ ਜੀ ਨੂੰ ਲੈ ਕੇ ਆਉਂਦੇ ਨੇ ਪ੍ਰਧਾਨਗੀ ਲਈ, ਉਹਨੂੰ ਮਨਾ ਵੀ ਲੈਂਦੇ, ਫਿਰ ਪਰਸੈਪਸ਼ਨ ਉਹੀ ਬਣੀ ਸੀ ਵੀ ਅਲਟੀਮੇਟਲੀ ਰਹਿ ਗਿਆ ਗਾਂਧੀ ਪਰਿਵਾਰ ਕੋਲ ਹੀ। ਜੇਕਰ ਉਹੀ ਐਮਐਲਏ ਹੁਣ ਸਚਿਨ ਪਾਇਲਟ ਦੀ ਅਗਵਾਈ ਐਕਸੈਪਟ ਕਰਨਗੇ ਤਾਂ ਕੁਦਰਤੀ ਹੈ ਉਹਨਾਂ ਦੇ ਵਿੱਚੋਂ ਬਹੁਤ ਸਾਰਿਆਂ ਦੇ ਪਰ ਕੁਤਰੇ ਜਾਣਗੇ। ਜਿਵੇਂ ਅਮਰਿੰਦਰ ਸਿੰਘ ਸੀ, ਅਮਰਿੰਦਰ ਸਿੰਘ ਨੂੰ ਇੰਨੀ ਤਾਕਤ ਦੇ ਦਿੱਤੀ, ਅਮਰਿੰਦਰ ਸਿੰਘ ਤੇ ਨਕੇਲ ਕੱਸ ਕੇ ਰੱਖੀ ਕਿ ਉਹ ਬਗਾਵਤ ਕਰਨ ਦੇ ਨਹੀਂ ਕਰ ਸਕਿਆ ਸੀਐਮਸ਼ਿਪ ਹੁੰਦੇ ਹੋਏ। ਮਜੀਠੀਆ ਕੁਝ ਹੋਰ ਕਹਿੰਦਾ ਹੈ, ਸਿਮਰਤ ਬਾਦਲ ਕੁਝ ਹੋਰ ਕਹਿੰਦੀ ਹੈ, ਉਹ ਆਪਸ ਵਿੱਚ ਜਾਣ ਬੁੱਝ ਕੇ ਕਰਦੇ ਰਹੇ, ਲੇਕਿਨ ਸੈਂਟਰ ਤੇ ਸਾਰੀ ਗੱਲ ਸਾਂਝੀ ਕਰਦੇ ਰਹੇ। ਇਹੋ ਜਿਹੇ ਦੋਸ਼ ਵਿਸ਼ਲੇਸ਼ਕ ਨੇ ਜਿਹੜੇ, ਉਹ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਜੀ ਤੇ ਵੀ ਲਾਉਂਦੇ ਨੇ। ਜਿਹੜਾ ਸਚਿਨ ਪਾਇਲਟ ਵਾਲਾ ਕੂਪ ਸੀ, ਉਹ ਬੀਜੇਪੀ ਤੋਂ ਕਾਮਯਾਬ ਕਿਉਂ ਨਹੀਂ ਹੋਇਆ? ਹੋ ਸਕਦਾ ਸੀ ਉਹ ਸਿਰਫ ਇਸ ਕਰਕੇ ਨਹੀਂ ਹੋਇਆ ਕਿ ਬੀਜੇਪੀ ਦੇ ਵਿੱਚ ਵੀ ਬਗਾਵਤ ਹੋਣ ਨੂੰ ਤਿਆਰ ਸੀ। ਸਤਿ ਸ਼੍ਰੀ ਅਕਾਲ, ਲੋਕ ਰਣ ਤੇ ਸਵਾਗਤ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਸਿਆਸੀ ਮਾਹਿਰ ਪ੍ਰੋਫੈਸਰ ਰਣ ਸਿੰਘ ਧਾਲੀਵਾਲ। ਧਾਲੀਵਾਲ ਸਾਹਿਬ ਵੈਲਕਮ। ਧੰਨਵਾਦ ਜੀ, ਸਰੋਤਿਆਂ ਦਾ ਰੂਬਰੂ ਕੀਤਾ ਔਰ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ ਸਾਂਝ ਪਾਉਂਦੇ ਹੋਏ। ਜੀ ਦੋਸਤੋ, ਧਾਲੀਵਾਲ ਸਾਹਿਬ ਨਾਲ ਅਸੀਂ ਰਾਜਸਥਾਨ ਦੇ ਜੋ ਸਿਆਸੀ ਸੰਕਟ ਹੈਗਾ ਲੀਡਰਸ਼ਿਪ ਦਾ, ਉਹਦੇ ਤੇ ਗੱਲਬਾਤ ਕਰਾਂਗੇ। ਇੱਕ ਕਦਮ ਅੱਗੇ ਚੱਲ ਕੇ ਗੱਲਬਾਤ ਕਰਾਂਗੇ ਕਿ ਜੋ ਕੁਛ ਸਿਆਸੀ ਉੱਥੇ ਸੰਕਟ ਬਰਕਰਾਰ ਹੈ, ਕਿਉਂਕਿ ਆਪਾਂ ਜਾਣਦੇ ਹਾਂ ਕਾਂਗਰਸ ਦੇ ਹਾਈ ਕਮਾਂਡ ਦੇ ਵਿੱਚ ਪ੍ਰਧਾਨ ਦੀ ਚੋਣ ਹੈ, ਅਸ਼ੋਕ ਗਹਿਲੋਤ ਨੋਮੀਨੇਟ ਉੱਥੇ ਹੋਣਗੇ। ਉਸ ਤੋਂ ਬਾਅਦ ਖਾਲੀ ਹੋਈ ਸੀਟ ਦੇ ਉੱਤੇ ਰੇੜਕਾ ਬਰਕਰਾਰ ਹੈ, ਪਰ ਇਹ ਪਾਇਆ ਗਿਆ ਰੇੜਕਾ ਜਿਹੜਾ ਸਿਆਸੀ ਤੌਰ 'ਤੇ, ਇਹਦੇ 'ਚ ਬੀਜੇਪੀ ਦੀ ਕੀ ਸੰਭਾਵਨਾ ਹੋ ਸਕਦੀ ਹੈ, ਕਾਂਗਰਸ ਹਾਈ ਕਮਾਂਡ ਦੀ ਕੀ ਸੰਭਾਵਨਾ ਹੋ ਸਕਦੀ ਹੈ, ਇਹਦੇ 'ਤੇ ਵੀ ਗੱਲਬਾਤ ਕਰਾਂਗੇ। ਧਾਲੀਵਾਲ ਸਾਹਿਬ, ਉਸ ਤੋਂ ਪਹਿਲਾਂ ਆਪਾਂ ਡਿਸਕਸ ਕਰਾਂਗੇ ਵੀ ਇੱਕ ਤਾਂ ਸਪੇਸ ਜਿਹੜੀ ਪੋਲੀਟੀਕਲ ਦੇ ਵਿੱਚੋਂ ਹੁੰਦੀ ਹੈ ਰੇੜਕੇ ਦੀ, ਬੀਜੇਪੀ ਦੀ ਕਿੰਨੀ ਕੁ ਸੰਭਾਵਨਾ ਇਹਦੇ 'ਚ, ਤੇ ਕਾਂਗਰਸ ਹਾਈ ਕਮਾਂਡ ਦੀ ਕਿੰਨੀ ਕੁ ਸੰਭਾਵਨਾ, ਅੰਦਰੂਨੀ ਸੰਭਾਵਨਾ। ਉਸ ਤੋਂ ਪਹਿਲਾਂ ਤੁਸੀਂ ਰਾਜਸਥਾਨ ਦੀ ਸਥਿਤੀ ਨੂੰ ਕਿਵੇਂ ਵਾਚ ਕਰਦੇ ਹੋ? ਹਾਂ, ਮੈਂ ਇਹਨੂੰ ਇਹ ਸਮਝਦਾ ਭੰਗੂ ਸਾਹਿਬ, ਬੜੀ ਸਪਸ਼ਟ ਗੱਲ ਹੈ ਕਿ ਕਿਸੇ ਵੀ ਜਿਹੜਾ ਸੰਸਥਾ ਹੈ, ਚਾਹੇ ਉਹ ਪੋਲੀਟੀਕਲ ਹੈ, ਚਾਹੇ ਉਹ ਐਡਮਿਨਿਸਟ੍ਰੇਟਿਵ ਹੈ ਜਾਂ ਬਿਜ਼ਨਸ ਆਰਗੇਨਾਈਜੇਸ਼ਨ ਹੈ, ਜਦੋਂ ਉਹਦਾ ਬਹੁਤ ਜ਼ਿਆਦਾ ਕੇਂਦਰੀਕਰਨ ਹੋ ਜਾਵੇ, ਸਾਰੀਆਂ ਤਾਕਤਾਂ ਇੱਕ ਵਿਅਕਤੀ ਦੇ ਹੱਥ 'ਚ ਆ ਜਾਣ, ਤਾਂ ਉਹ ਥੋੜ੍ਹੇ ਸਮੇਂ ਲਈ ਤਾਂ ਇਹ ਚੱਲ ਸਕਦਾ, ਲੰਮੇ ਸਮੇਂ ਦੇ ਵਿੱਚ ਉਹਦੇ ਵਿੱਚ ਬਗਾਵਤਾਂ ਸ਼ੁਰੂ ਹੋ ਜਾਂਦੀਆਂ ਨੇ। ਉਹ ਲੰਮਾ ਸਮਾਂ ਸਾਰਾ ਕੁਝ ਠੀਕ ਨਹੀਂ ਚੱਲ ਸਕਦਾ। ਜਿਹੜੀਆਂ ਸਿਆਣੀਆਂ ਪਾਰਟੀਆਂ ਜਾਂ ਸਿਆਣੇ ਲੀਡਰ ਨੇ, ਉਹ ਉਸ ਸਥਿਤੀ ਮੁਤਾਬਕ, ਨਵੀਂ ਪਰਿਸਥਿਤੀ ਮੁਤਾਬਕ ਫੈਸਲਾ ਲੈ ਕੇ ਉਹਨੂੰ ਸੈਟਲ ਕਰਦੀਆਂ ਨੇ, ਪਰ ਕਈ ਵਾਰੀ ਉਹ ਸੈਟਲ ਕਰਨਾ ਥੋੜ੍ਹਾ ਮੁਸ਼ਕਲ ਹੋ ਜਾਂਦਾ ਹੈ। ਇਹ ਕੀ ਹੋਇਆ ਕਿ ਕਾਂਗਰਸ ਦੇ ਵਿੱਚ ਗਾਂਧੀ ਪਰਿਵਾਰ ਦਾ ਜਿਹੜਾ ਗਲਬਾ ਸੀ ਇੰਦਰਾ ਗਾਂਧੀ ਤੋਂ ਬਾਅਦ, ਉਹ ਇੰਨਾ ਪੱਕਾ ਹੋ ਗਿਆ ਕਿ ਨਾ ਤਾਂ ਗਾਂਧੀ ਪਰਿਵਾਰ ਕਾਂਗਰਸ ਨੂੰ ਛੱਡਣਾ ਚਾਹੁੰਦਾ ਸੀ, ਤੇ ਕਾਂਗਰਸ ਦੇ ਵਿੱਚ ਛੋਟੇ ਛੋਟੇ ਇੰਨੇ ਗਰੁੱਪ ਹੋ ਗਏ, ਔਰ ਕਈ ਲੋਕਾਂ ਦਾ, ਕਈ ਵਿਦਵਾਨਾਂ ਦਾ, ਕਈ ਰਾਜਨੀਤਿਕ ਵਿਸ਼ਲੇਸ਼ਕਾਂ ਦਾ ਇਹ ਅਨੁਭਵ ਹੈ, ਇਹ ਵਿਸ਼ਲੇਸ਼ਣ ਹੈ ਕਿ ਜਦੋਂ ਤੁਸੀਂ ਕੇਂਦਰੀਕਰਨ ਕਰਨਾ ਹੋਵੇ ਤਾਂ ਜਿਹੜੀਆਂ ਹੇਠਲੀਆਂ ਯੂਨਿਟਸ ਨੇ, ਜਿਵੇਂ ਆਪਾਂ ਸਟੇਟ ਲੈਵਲ ਦੀਆਂ ਕਹੀਏ, ਕਿ ਉਹਨਾਂ ਦੇ ਵਿੱਚ ਕਈ ਗਰੁੱਪ ਜਾਣ ਬੁੱਝ ਕੇ ਵੀ ਪੈਦਾ ਕੀਤੇ ਜਾਂਦੇ ਨੇ, ਤਾਂ ਕਿ ਕੋਈ ਵੀ ਗਰੁੱਪ ਐਡਾ ਭਾਰੂ ਨਾ ਹੋਵੇ ਜਿਹੜਾ ਕੇਂਦਰ ਦੇ ਫੈਸਲੇ ਨੂੰ ਰੱਦ ਕਰਨ ਦੇ ਜਾਂ ਬਦਲਣ ਦੇ ਜਾਂ ਚੈਲੰਜ ਕਰਨ ਦੀ ਸਮਰੱਥਾ ਰੱਖਦਾ ਹੋਵੇ। ਸੋ ਇਹੀ ਜਿਹੀ ਪੋਜੀਸ਼ਨ 'ਚ ਇੱਕ ਸਿਚੁਏਸ਼ਨ ਸੀ ਕਿ ਕਾਂਗਰਸ ਜਦੋਂ ਕੇਂਦਰ 'ਚ ਬਹੁਤ ਤਕੜੀ ਸੀ, ਉਦੋਂ ਉਹਨਾਂ ਦੇ ਸਮੇਂ ਦੇ ਵਿੱਚ ਉਹਨਾਂ ਨੇ ਸਟੇਟਾਂ ਦੇ ਵਿੱਚ ਇਸ ਤਰ੍ਹਾਂ ਦੇ ਗਰੁੱਪ ਰੱਖੇ ਤੇ ਉਹਨਾਂ ਨੂੰ ਆਪਣੀ ਮਰਜ਼ੀ ਮੁਤਾਬਕ ਚਲਾਇਆ। ਉਹ ਹਰਿਆਣੇ 'ਚ ਵੀ ਚੌਧਰੀ ਬੰਸੀ ਲਾਲ ਦਾ, ਹੁੱਡੇ ਦਾ, ਭਜਨ ਲਾਲ ਦਾ, ਇਹਨਾਂ ਦੇ ਗਰੁੱਪ ਸੀ। ਉਹ ਪੰਜਾਬ ਦੇ ਵਿੱਚ ਵੀ ਗਿਆਨੀ ਜੈਲ ਸਿੰਘ, ਦਰਬਾਰਾ ਸਿੰਘ, ਸਰਦਾਰ ਬੇਅੰਤ ਸਿੰਘ ਬਾਅਦ 'ਚ ਆ ਗਏ, ਮੈਡਮ ਭੱਠਲ ਹੋ ਗਏ, ਅਮਰਿੰਦਰ ਸਿੰਘ ਹੋ ਗਏ, ਇਹ ਲਹਿਦਾ ਗਰੁੱਪਾਂ 'ਚ ਇੱਦਾਂ ਚੱਲਦੇ ਰਹੇ।
ਲੇਕਿਨ ਕੇਂਦਰੀ ਲੀਡਰਸ਼ਿਪ ਨੇ ਕਿਸੇ ਇੱਕ ਨੂੰ ਸਟੇਟ 'ਚ ਇੰਨਾ ਓਵਰ ਪਾਵਰ ਨਹੀਂ ਹੋਣ ਦਿੱਤਾ ਜਿੰਨੇ ਉਹ ਕੇਂਦਰ 'ਚ ਓਵਰ ਪਾਵਰ ਜ਼ਿਆਦਾ ਤਾਕਤ ਰੱਖਦੇ ਸੀ। ਸੋ ਉਸੇ ਤਰ੍ਹਾਂ ਰਾਜਸਥਾਨ ਦਾ ਗਰੁੱਪਿਜ਼ਮ ਵੀ ਉਸੇ 'ਚੋਂ ਨਿਕਲਿਆ। ਈਵਨ ਮੱਧ ਪ੍ਰਦੇਸ਼ ਦਾ ਗਰੁੱਪਿਜ਼ਮ ਵੀ, ਜਿਹੜੀ ਸਰਕਾਰ ਟੁੱਟੀ ਉੱਥੇ, ਉਹ ਉਸੇ ਗਰੁੱਪਿਜ਼ਮ 'ਚੋਂ ਟੁੱਟੀ। ਹੋਇਆ ਕਿ ਪੈਸੇਜ ਆਫ ਟਾਈਮ, ਸਮਾਂ ਲੰਘਦਾ ਗਿਆ। ਸਮਾਂ ਲੰਘਣ ਨਾਲ ਜਦੋਂ ਕੇਂਦਰ ਦੇ ਵਿੱਚ ਕਾਂਗਰਸ ਦੀ ਸਰਕਾਰ ਨਹੀਂ ਰਹੀ ਤਾਂ ਵਿੱਚੋਂ ਸੁਰਾਂ ਗਾਂਧੀ ਪਰਿਵਾਰ ਦੇ ਅਗੇਂਸਟ ਉੱਠੀਆਂ, ਜਿਨ੍ਹਾਂ ਨੂੰ ਬਹੁਤ ਵਾਰ ਮੌਕੇ ਨਹੀਂ ਮਿਲੇ, ਜਾਂ ਮੌਕੇ ਮਿਲੇ ਵੀ ਪਰੰਤੂ ਹੁਣ ਨਹੀਂ ਮਿਲ ਰਹੇ ਸੀ। ਉਹਨਾਂ ਨੂੰ ਲੱਗਿਆ, ਕਿਉਂਕਿ ਉਹ ਸਥਿਤੀ ਹੋਰ ਸੀ। ਇਹੀ ਕਾਰਨ ਹੈ ਜਿਹੜਾ ਮੈਂ ਸਮਝਦਾ, ਜਿਹਦੇ ਵਿੱਚ ਆਨੰਦ ਸ਼ਰਮਾ, ਗੁਲਾਮ ਨਬੀ ਆਜ਼ਾਦ, ਇਹ ਜਿਹੜੇ ਲੋਕ ਨੇ, ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਨਾਂ ਗਿਣਾ ਸਕਦਾ ਮੈਂ, ਜਿਹੜੇ ਨੀਤੀ ਘਾੜੇ ਤਾਂ ਸੀਗੇ, ਅੱਛੇ ਰਾਜਨੀਤਿਕ ਵਿਸ਼ਲੇਸ਼ਕ ਸੀਗੇ, ਰਾਜਨੀਤਿਕ ਮੈਨੇਜਰ ਸੀਗੇ, ਲੇਕਿਨ ਆਮ ਲੋਕਾਂ ਨਾਲ ਜੁੜੇ ਹੋਏ ਲੋਕ ਨਹੀਂ ਸੀਗੇ। ਜਾਂ ਇਹ ਕਹਿ ਲਓ ਵੀ ਕਿਸੇ ਵੀ ਸਮੇਂ ਇਹ ਲੋਕਾਂ ਦੇ ਚੁਣੇ ਹੋਏ ਨੇਤਾ ਨਹੀਂ ਸੀ। ਰਾਜ ਸਭਾ ਦੇ ਥਰੂ ਜਾਂਦੇ ਸੀ, ਵੱਡੀਆਂ ਪਦਵੀਆਂ ਲੈਂਦੇ ਸੀ, ਉੱਥੇ ਆਪਣਾ ਕਰਦੇ ਸੀ ਸਿਸਟਮ। ਈਵਨ ਜੇ ਮੈਂ ਕਹਾਂ ਅਕਾਲੀ ਦਲ 'ਚ ਵੀ ਇਸ ਤਰ੍ਹਾਂ ਦਾ ਕੇਂਦਰੀਕਰਨ ਵਾਲੀ ਪ੍ਰੋਬਲਮ ਆਈ ਹੈ। ਇਸ ਤਰ੍ਹਾਂ ਉਹ ਕੇਂਦਰੀਕਰਨ ਹੋਣ ਕਰਕੇ ਜਿਹੜੇ ਗਰੁੱਪ ਇੰਨੇ ਸਖਤ ਕਰ ਦਿੱਤੇ ਗਏ, ਉਹਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਸਰਕਾਰ ਟੁੱਟੀ ਦੋ ਗਰੁੱਪਾਂ ਦੀ ਲੜਾਈ 'ਚ, ਸਿੰਧੀਆ ਦੀ ਤੇ ਕਮਲਨਾਥ ਦੀ। ਤੀਸਰਾ ਗਰੁੱਪ ਉਹਦੇ ਦਿਗਵਿਜੇ ਸਿੰਘ ਦਾ ਵੀ ਸੀ, ਉਹਦਾ ਆਪਦਾ ਰੋਲ ਸੀ। ਹੁਣ ਇਹਦਾ ਕੀ ਹੋਇਆ ਕਿ ਕਾਂਗਰਸ, ਇਹਦੇ ਵਿੱਚ ਕੋਈ ਝੂਠ ਨਹੀਂ ਮੈਂ ਕਹਿ ਰਿਹਾ ਕਿ ਹਿੰਦੁਸਤਾਨ ਦੀਆਂ ਬਾਕੀ ਸਾਰੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ, ਉਹਨਾਂ ਦੇ ਵਿੱਚ ਵੀ ਜਿਹੜਾ ਅੰਦਰੂਨੀ ਲੋਕਤੰਤਰ ਹੈ, ਜਿਹੜੀਆਂ ਪਾਰਟੀਆਂ ਹੁਣ ਸੀਨ ਤੇ ਦਿਖਾਈ ਦੇ ਰਹੀਆਂ ਨੇ, ਉਹਨਾਂ ਦੇ ਵਿੱਚ ਕੋਈ ਬਹੁਤ ਜ਼ਿਆਦਾ ਦਿਖਾਈ ਨਹੀਂ ਦੇ ਰਿਹਾ। ਲੇਕਿਨ ਬੀਜੇਪੀ ਕੋਲ ਇੱਕ ਸਾਧਨ ਨੇ, ਉਹਨਾਂ ਨੇ ਮੀਡੀਆ ਰਾਹੀਂ ਇੱਕ ਪ੍ਰੈਸ਼ਰ ਕ੍ਰੀਏਟ ਕੀਤਾ ਕਿ ਜੀ ਕਾਂਗਰਸ ਦੇ ਅੰਦਰ ਹੀ ਲੋਕਤੰਤਰ ਨਹੀਂ ਹੈ। 20 ਸਾਲ ਹੋ ਗਏ ਲਗਭਗ, ਉਸ ਤੋਂ ਬਾਅਦ ਕਾਂਗਰਸ ਦੇ ਪ੍ਰਧਾਨ ਦੀ ਕੋਈ ਚੋਣ ਹੀ ਨਹੀਂ ਹੋ ਰਹੀ ਹੈ, ਜਾਂ ਇਹਨਾਂ ਕੋਲੇ ਗਾਂਧੀ ਪਰਿਵਾਰ ਤੋਂ ਬਿਨਾਂ ਕੋਈ ਆਪਸ਼ਨ ਹੀ ਨਹੀਂ ਹੈ। ਇਹ ਬੀਜੇਪੀ ਦੇ ਉਕਸਾਏ ਹੋਏ ਲਾ ਲਓ, ਕਿਉਂਕਿ ਵਿਰੋਧੀ ਪਾਰਟੀ ਉਕਸਾਉਣ ਦੇ ਵਿੱਚ ਕਿਉਂ ਦੇਰ ਕਰੇਗੀ? ਆਪਾਂ ਕਿਉਂ ਕਾਂਗਰਸ ਨੂੰ ਇਹ ਆਸ ਕਿਉਂ ਹੈ ਕਿ ਬੀਜੇਪੀ ਉਹਨਾਂ ਨਾਲ ਖੇਲ ਨਹੀਂ ਖੇਡੇਗੀ? ਕਿਉਂਕਿ ਕਾਂਗਰਸ ਵੀ ਸਾਰੀਆਂ ਪਾਰਟੀਆਂ ਨਾਲ ਖੇਡਦੀ ਆਈ ਹੈ, ਸਮੇਂ ਦੇ ਰਾਜਨੀਤੀ 'ਚ ਚੱਲਦਾ ਹੈ। ਇਹ ਕਹੋ ਜਾਂ ਨਾ ਕਹੋ, ਆਪਾਂ ਦੂਜੇ ਪਾਸੇ ਇਹ ਗੱਲ ਮੰਨੀਏ ਕਿ ਕਾਂਗਰਸ ਦੇ ਵਿੱਚ ਹੀ ਇਸ ਤਰ੍ਹਾਂ ਦੀ ਸਿਚੁਏਸ਼ਨ ਆ ਗਈ ਕਿ ਇੱਕ ਧੜੇ ਨੇ ਵਿੱਚੋਂ ਇਹ ਮੰਗ ਖੜੀ ਕਰਤੀ ਕਿ ਕਾਂਗਰਸ ਦੇ ਵਿੱਚ ਲੋਕਤੰਤਰ ਨਹੀਂ, ਜਿਹਨੂੰ ਆਪਾਂ G23 ਗਰੁੱਪ ਕਹਿੰਦੇ ਆ। ਉਹਨਾਂ ਨੇ ਚਿੱਠੀ ਲਿਖੀ ਸਭ ਤੋਂ ਪਹਿਲਾਂ ਕਿ ਕਾਂਗਰਸ ਦੇ ਵਿੱਚ ਲੋਕਤੰਤਰ ਨਹੀਂ। ਇਹਦਾ ਮਤਲਬ ਸਾਰੇ ਪਾਸੇ ਇੱਕ ਵਿਸ਼ੇਸ਼ ਕਿਸਮ ਦੀ ਪਰਸੈਪਸ਼ਨ ਬਣ ਗਈ ਕਿ ਕਾਂਗਰਸ ਦੇ ਵਿੱਚ ਕਾਂਗਰਸ ਦੇ ਲੀਡਰਾਂ ਦੀ ਕੋਈ ਸੁਣਵਾਈ ਨਹੀਂ। ਉੱਥੇ ਜਿਹੜਾ ਕੋਈ ਇੱਕ ਕੇਂਦਰੀਕਰਨ ਲੀਡਰਸ਼ਿਪ ਹੈ ਜਿਹੜੀ, ਉਹਦੀ ਅਗਵਾਈ ਦੇ ਵਿੱਚ ਤਾਨਾਸ਼ਾਹੀ ਹੈ, ਉਹ ਜੋ ਮਰਜ਼ੀ ਚਲਾਉਣ, ਜੋ ਮਰਜ਼ੀ ਨਾ ਕਰਨ। ਉਹ ਦਬਾਅ ਦੇ ਵਿੱਚ ਆ ਕੇ ਕਾਂਗਰਸ ਨੂੰ ਲੱਗਿਆ ਕਿ ਅਸੀਂ ਇੱਕ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਕਰਾਈਏ। ਪਰੰਤੂ ਜਿਹੜਾ ਉਹ G23 ਧੜਾ ਹੈ, ਉਹਨਾਂ ਨੇ ਸ਼ਸ਼ੀ ਥਰੂਰ ਨੂੰ ਕਾਂਗਰਸ ਦੀ ਪ੍ਰਧਾਨਗੀ ਦੇ ਲਈ ਉਮੀਦਵਾਰ ਦੇ ਤੌਰ ਤੇ ਉਤਾਰ ਦਿੱਤਾ ਗਿਆ, ਜਦੋਂ ਕਿ ਕੇਰਲ ਕਾਂਗਰਸ ਨੇ ਇਹ ਮਤਾ ਪਾਇਆ ਕਿ ਅਸੀਂ ਸ਼ਸ਼ੀ ਥਰੂਰ ਨਾਲ ਨਹੀਂ ਹਾਂ। ਹੁਣ ਕੀ ਸੀ ਕਿ ਜਾਂ ਤਾਂ ਰਾਹੁਲ ਗਾਂਧੀ ਜੀ ਨੂੰ ਲੈ ਕੇ ਆਉਂਦੇ, ਜੇ ਰਾਹੁਲ ਗਾਂਧੀ ਜੀ ਨੂੰ ਲੈ ਕੇ ਆਉਂਦੇ ਨੇ ਪ੍ਰਧਾਨਗੀ ਲਈ, ਉਹਨੂੰ ਮਨਾ ਵੀ ਲੈਂਦੇ, ਫਿਰ ਪਰਸੈਪਸ਼ਨ ਉਹੀ ਬਣੀ ਸੀ ਵੀ ਅਲਟੀਮੇਟਲੀ ਰਹਿ ਗਿਆ ਗਾਂਧੀ ਪਰਿਵਾਰ ਕੋਲ ਹੀ। ਜਾਂ ਤਾਂ ਰਾਹੁਲ ਗਾਂਧੀ ਜੀ ਦੀ ਆਪਣੀ ਸੋਚ ਕਹੋ, ਜਾਂ ਕਾਂਗਰਸ ਦੀ ਕੇਂਦਰੀ ਰਣਨੀਤੀ ਕਹੋ ਕਿ ਇੱਕ ਵਾਰ ਆਪਾਂ ਇਹ ਕਰੀਏ ਕਿ ਗਾਂਧੀ ਪਰਿਵਾਰ ਤੋਂ ਪ੍ਰਧਾਨਗੀ ਨੂੰ ਪਾਸੇ ਲੈ ਕੇ ਜਾਈਏ। ਉਹਦੇ ਵਿੱਚ ਜਿਹੜਾ ਅਸ਼ੋਕ ਗਹਿਲੋਟ ਦਾ ਨਾਂ ਆ ਗਿਆ। ਹੁਣ ਜਦੋਂ ਅਸ਼ੋਕ ਗਹਿਲੋਟ ਦਾ ਨਾਂ ਆ ਗਿਆ, ਇਹ ਸਮਝਿਆ ਗਿਆ, ਅਖਬਾਰਾਂ ਮੁਤਾਬਕ ਇਹ ਰਿਪੋਰਟਸ ਆਈਆਂ ਕਿ ਅਸ਼ੋਕ ਗਹਿਲੋਟ ਵੀ ਗਾਂਧੀ ਪਰਿਵਾਰ ਦੀ ਹੀ ਚੋਣ ਹੈ, ਉਹ ਗਾਂਧੀ ਪਰਿਵਾਰ ਦੇ ਮੁਤਾਬਕ ਹੀ ਚੱਲੇਗਾ। ਹੁਣ ਇਸ ਦੇ ਵਿੱਚ ਸੰਕਟ ਇਹ ਆਇਆ ਕਿ ਜਿਹੜੇ MLAs, ਮੈਜੋਰਿਟੀ MLAs ਸਚਿਨ ਪਾਇਲਟ ਨਾਲ ਨਿਊਜ਼ ਰਿਪੋਰਟ ਮੁਤਾਬਕ ਇਹ ਹੈ ਕਿ 20 ਦੇ ਆਸ-ਪਾਸ MLA ਨੇ, ਜਦੋਂ ਕਿ ਗਹਿਲੋਟ ਨਾਲ 90 ਦੇ ਆਸ-ਪਾਸ MLA ਨੇ। ਜੇ ਤਾਂ ਇਹ ਪਹਿਲਾਂ ਹੀ ਚੱਲੀ ਜਾਂਦਾ ਇੱਦਾਂ ਹੀ ਠੀਕ ਸੀ, ਗਹਿਲੋਟ ਦੇ ਅਗੇਂਸਟ ਸਚਿਨ ਪਾਇਲਟ ਨੇ ਬਗਾਵਤ ਕਰਤੀ। ਬਗਾਵਤ ਦੇ ਵਿੱਚ
ਬੀਜੇਪੀ ਨੇ ਭਾਵੇਂ ਕਿਹਾ ਜਾਂਦਾ ਵੀ ਉਹਨੂੰ ਸ਼ਹਿ ਦਿੱਤੀ, ਪਰੰਤੂ ਉਹ ਬੀਜੇਪੀ ਨਾਲ ਨਹੀਂ ਗਿਆ, ਜਾਂ ਇਹ ਕਹਿ ਲਓ ਕਿ ਕਾਂਗਰਸ ਨੇ ਉਹਨੂੰ ਜਿਵੇਂ ਕਿਵੇਂ ਮਨਾ ਲਿਆ। ਉਹ ਸਮੱਸਿਆ ਹੱਲ ਹੋ ਗਈ, ਪਰ ਉਹ ਸਮੱਸਿਆ ਹੱਲ ਹੋਣ ਵੇਲੇ ਭਾਰੂ ਉਦੋਂ ਵੀ ਗਹਿਲੋਟ ਰਿਹਾ। ਮਤਲਬ ਭਾਰੂ ਇੰਨਾ ਰਿਹਾ ਕਿ ਦੇਖੋ ਉਹਦੇ ਕੋਲੇ ਪ੍ਰਧਾਨ ਦੀ ਪੋਸਟ ਸੀ, ਕਾਂਗਰਸ ਦੇ ਪ੍ਰਧਾਨ ਦੀ ਸਟੇਟ ਦੀ ਪੋਸਟ ਸੀ ਸਚਿਨ ਪਾਇਲਟ ਕੋਲ, ਤੇ ਡਿਪਟੀ ਮੁੱਖ ਮੰਤਰੀ ਦੀ ਪੋਸਟ ਸੀ। ਉਹਦੇ ਕੋਲੋਂ ਉਹ ਪੋਸਟਾਂ ਖੁੱਸ ਗਈਆਂ, ਡਿਪਟੀ ਮੁੱਖ ਮੰਤਰੀ ਉਹ ਨਹੀਂ ਰਿਹਾ। ਇਹਦਾ ਮਤਲਬ ਚੱਲੀ ਤਾਂ ਗਹਿਲੋਟ ਦੀ ਹੋ ਨਾ ਉਦੋਂ। ਹੁਣ ਇਸ ਕਰਕੇ ਜਿਹੜੇ ਵਿਅਕਤੀ ਉਸ ਸਮੇਂ ਗਹਿਲੋਟ ਨਾਲ ਡਟ ਕੇ ਖੜੇ, ਹੁਣ ਭਾਵੇਂ ਗਹਿਲੋਟ ਕੇਂਦਰ 'ਚ ਚਲੇ ਜਾਣ ਜਾਂ ਦੱਬੀ ਸੁਰ 'ਚ ਗਹਿਲੋਟ ਦੀ ਵੀ ਸਪੋਰਟ ਹੋਊਗੀ, ਜੇਕਰ ਉਹੀ MLA ਹੁਣ ਸਚਿਨ ਪਾਇਲਟ ਦੀ ਅਗਵਾਈ ਐਕਸੈਪਟ ਕਰਨਗੇ ਤਾਂ ਕੁਦਰਤੀ ਹੈ ਉਹਨਾਂ ਦੇ ਵਿੱਚੋਂ ਬਹੁਤ ਸਾਰਿਆਂ ਦੇ ਪਰ ਉਤਰੇ ਜਾਣਗੇ। ਇਹ ਸੱਚ ਹੈ, ਕਿਉਂਕਿ ਜਿਹੜੇ 18-20 ਦੇ ਨੇੜੇ ਤੇੜੇ ਉਹਦੇ ਸਮਰਥਕ ਨੇ, ਉਹਨਾਂ ਦੇ ਹੱਥਾਂ 'ਚ ਵੀ ਤਾਕਤ ਸਚਿਨ ਪਾਇਲਟ ਦੇਣਗੇ। ਤਾਕਤ ਲੈਣ ਦਾ ਮਤਲਬ ਇਹੀ ਹੁੰਦਾ ਨਾ ਕਿ ਆਪਦੇ ਧੜੇ 'ਚ ਤਾਕਤ ਵੰਡੀ ਜਾਵੇ। ਤੇ ਇਸ ਕਰਕੇ ਉਹ ਜਿਹੜੇ 90 MLAs ਦੀ ਖਬਰ ਆ ਰਹੀ ਹੈ, 90 ਜਾਂ 92 ਹੋ ਸਕਦੇ ਨੇ, ਮਤਲਬ 90 ਮੰਨ ਕੇ ਚੱਲੀਏ ਆਪਾਂ, ਕਿ ਜਦੋਂ ਕੇਂਦਰੀ ਲੀਡਰਸ਼ਿਪ ਦੇ ਨੁਮਾਇੰਦੇ ਪਹੁੰਚੇ, ਅਬਜ਼ਰਵਰ ਪਹੁੰਚੇ ਕਿ ਉਹਨਾਂ ਨੂੰ ਸਾਰੇ MLA ਮਿਲਣ, ਰਿਪੋਰਟ ਇਹ ਹੈ ਕਿ ਕੇਵਲ 3 MLA ਉਹਨਾਂ ਨੂੰ ਮਿਲੇ ਨੇ, 90 MLA ਉਹਨਾਂ ਨੂੰ ਮਿਲਣ ਹੀ ਨਹੀਂ ਗਏ। ਤੇ ਉਹਦੇ ਵਿੱਚੋਂ ਇੱਕ ਅਬਜ਼ਰਵਰ ਜਿਹੜੇ ਅਜੇ ਮਾਕਨ ਜੀ ਨੇ, ਆਲ ਇੰਡੀਆ ਕਾਂਗਰਸ ਕਮੇਟੀ ਦੇ ਸੀਨੀਅਰ ਨੇਤਾ ਨੇ, ਉਹਨਾਂ ਨੇ ਤਾਂ ਸਿੱਧਾ ਸਿੱਧਾ ਇਹ ਕਹਿ ਦਿੱਤਾ ਕਿ ਇਹ ਇਨਡਿਸਿਪਲਿਨ ਹੈ, ਅਨੁਸ਼ਾਸਨਹੀਣਤਾ ਹੈ। ਹੁਣ ਜੇ ਇਹ ਅਨੁਸ਼ਾਸਨਹੀਣਤਾ ਹੈ, ਕਾਂਗਰਸ ਇੱਥੇ ਆ ਕੇ ਬੁਰੀ ਤਰ੍ਹਾਂ ਫਸ ਗਈ। ਜੇ ਤਾਂ ਅਸ਼ੋਕ ਗਹਿਲੋਟ ਨੂੰ ਪ੍ਰਧਾਨ ਦੇ ਤੌਰ ਤੇ ਉਹਨਾਂ ਨੇ ਬਿਲਡ ਕੀਤਾ ਹੈ, ਮਤਲਬ ਅਸ਼ੋਕ ਗਹਿਲੋਟ ਇਹ ਚਾਹੁੰਗੇ ਕਿ ਮੈਂ ਪ੍ਰਧਾਨਗੀ ਤੇ ਰਹਿੰਦੇ ਹੋਏ ਵੀ ਰਾਜਸਥਾਨ ਦੀ ਤਾਕਤ ਨਹੀਂ ਛੱਡਣੀ। ਤੇ ਉਹਦੇ ਵਿੱਚ ਹੁਣ ਦੇਖੋ ਕੀ ਨਿਕਲਦਾ ਹੈ। ਹੁਣ ਜਿਹੜੀ ਗੱਲ ਆ ਗਈ, ਤੁਸੀਂ ਜਿਹੜੀ ਇੱਕ ਹੋਰ ਸਵਾਲ ਕਰ ਰਹੇ ਹੋ, ਮੈਂ ਉਹਦੇ ਨਾਲ ਹੀ ਲੈ ਲੈਣਾ, ਜਾਂ ਆਪਾਂ ਇਹ ਕਾਂਗਰਸ ਦੇ ਪੱਖ ਦੇ ਵਿੱਚ ਤਾਂ ਮੈਨੂੰ ਇਹ ਲੱਗਦਾ ਹੈ ਕਿ ਇਹ ਇੱਕ ਗੰਭੀਰ ਸੰਕਟ ਪੈਦਾ ਹੋ ਗਿਆ ਤੇ ਕਾਂਗਰਸ ਇਹਨੂੰ ਨਜਿੱਠ ਪਾਉਂਦੀ ਹੈ ਜਾਂ ਨਹੀਂ ਨਜਿੱਠ ਪਾਉਂਦੀ, ਇਹ ਹੁਣ ਸਮਾਂ ਦੱਸੇਗਾ। ਸੰਭਾਵਨਾ ਕਿੰਨੀ ਕੁ ਡਾਕਟਰ ਸਾਹਿਬ ਇਸ ਗੱਲ ਦੀ ਕਿ ਸੰਕਟ ਖੜਾ ਕਰਨ ਦੇ ਵਿੱਚ ਕਿਤੇ ਨਾ ਕਿਤੇ ਕੇਂਦਰੀ ਹਾਈ ਕਮਾਂਡ ਕਾਂਗਰਸ ਦਾ ਵੀ ਹੱਥ ਹੋਵੇ? ਦੇਖੋ, ਮੈਂ ਇਹ ਗੱਲ ਤਾਂ ਪਹਿਲਾਂ ਹੀ ਮੈਂ ਸੰਕੇਤ ਮਾਤਰ ਤੁਹਾਨੂੰ ਦੱਸ ਚੁੱਕਿਆ ਹੁੰਦਾ ਕਿ ਜਦੋਂ ਜਿਹੜੀ ਟੌਪ ਲੀਡਰਸ਼ਿਪ ਹੈ ਉਹ ਟੋਟਲ ਕੇਂਦਰੀਕਰਨ ਕਰ ਲਵੇ ਕਿ ਸਾਰੇ ਡਿਸੀਜਨ ਮੈਂ ਲੈਣੇ ਨੇ, ਤਾਂ ਉਹਨਾਂ ਨੂੰ ਡਰ ਰਹਿੰਦਾ ਹੈ ਕਿ ਕੋਈ ਜ਼ਿਆਦਾ ਤਕੜਾ ਵਿਅਕਤੀ ਸਟੇਟਾਂ 'ਚ ਪੈਦਾ ਨਾ ਹੋ ਜੇ ਜਿਹੜਾ ਸਟੇਟ ਦੇ ਵਿੱਚ ਬਗਾਵਤ ਕਰਦੇ। ਇਸ ਤਰ੍ਹਾਂ ਦੇ ਵਿੱਚ ਤੁਹਾਡੇ ਯਾਦ ਹੋਏਗਾ, ਇੱਕ ਪਹਿਲਾਂ ਹੋ ਚੁੱਕੀ ਹੈ, ਜਿਹੜੀ ਉਹ ਇੱਕ ਮੁੱਖ ਮੰਤਰੀ ਆਪਣੇ, ਉਹਨਾਂ ਦੀ ਡੈਥ ਹੋ ਗਈ ਸੀ ਨਾ, ਉਹਦੇ ਵਿੱਚ ਏਅਰਕ੍ਰਾਫਟ ਦੇ ਵਿੱਚ ਆਂਧਰਾ ਦੇਸ਼ੀ, ਸ਼ਾਇਦ ਮੈਨੂੰ ਲੱਗਦਾ ਕੋਈ, ਮੈਂ ਨਾ ਭੁੱਲ ਰਿਹਾ ਉਹਨਾਂ ਦਾ। ਹੁਣ ਉਹਨਾਂ ਦਾ ਬੇਟਾ ਮੁੱਖ ਮੰਤਰੀ ਦਾ ਉਮੀਦਵਾਰ ਹੈ, ਉਹ ਕਾਂਗਰਸ 'ਚ ਛੱਡ ਕੇ ਹੀ ਚਲਾ ਗਿਆ। ਉਦੋਂ ਕਾਂਗਰਸ ਨੇ ਉਹਦੇ ਬੇਟੇ ਨੂੰ ਬਣਾਇਆ ਨਹੀਂ, ਲੇਕਿਨ ਉਹ ਤਾਕਤਵਰ ਸੀ। ਸੋ ਕੋਈ ਵੀ ਪਾਰਟੀ ਇਹ ਚਾਹੁੰਦੀ ਹੁੰਦੀ ਹੈ ਕਿ ਕੋਈ ਵੀ ਬੰਦਾ ਇੰਨਾ ਤਾਕਤਵਰ ਨਾ ਹੋ ਜਾਏ ਜਿਹੜਾ ਬਗਾਵਤ ਕਰ ਜਾਵੇ। ਜਿਵੇਂ ਅਮਰਿੰਦਰ ਸਿੰਘ ਸੀ, ਅਮਰਿੰਦਰ ਸਿੰਘ ਨੂੰ ਇੰਨੀ ਤਾਕਤ ਦੇ ਦਿੱਤੀ, ਅਮਰਿੰਦਰ ਸਿੰਘ ਤੇ ਨਕੇਲ ਕੱਸ ਕੇ ਰੱਖੀ ਕਿ ਉਹ ਬਗਾਵਤ ਕਰਨ ਦੇ ਨਹੀਂ ਕਰ ਸਕਿਆ CMਸ਼ਿਪ ਹੁੰਦੇ ਹੋਏ। ਪਰ ਜੇ ਕਿਤੇ ਉਹ 'ਤੇ ਸਾਰਾ ਤਾਮਝਾਮ ਨਾ ਕੱਸਿਆ ਹੁੰਦਾ, ਉਹ ਫੈਸਲਾ ਬੜਾ ਤੇਜ਼ੀ ਨਾਲ ਨਾ ਲਿਆ ਹੁੰਦਾ, ਤਾਂ ਹੋ ਸਕਦਾ ਹੈ ਇਸ ਤੋਂ ਵੀ ਨਮੋਸ਼ੀ ਦਾ ਮੂੰਹ ਜ਼ਿਆਦਾ ਦੇਖਣਾ ਪੈਂਦਾ ਇਲੈਕਸ਼ਨ ਤੋਂ ਪਹਿਲਾਂ ਹੀ। ਇਸ ਤਰ੍ਹਾਂ ਹੀ BJP ਜ਼ਰੂਰ ਚਾਹੂਗੀ ਕਿ ਕਾਂਗਰਸ ਦਾ ਹੋਰ ਜ਼ਿਆਦਾ ਜਿਹੜਾ ਬਖਰੇਵਾ ਹੋਵੇ ਤੇ ਅਸੀਂ ਦਿਖਾ ਸਕੀਏ ਕਿ ਸਾਡਾ ਕੋਈ ਵਿਰੋਧੀ ਨਹੀਂ ਹੈ। ਸਪੈਸ਼ਲੀ ਉਦੋਂ ਜਦੋਂ ਵਿਰੋਧੀ ਧਿਰਾਂ ਕਾਂਗਰਸ ਨੂੰ ਨਾਲ ਲੈ ਕੇ ਇੱਕ ਫਰੰਟ ਬਣਾਉਣ ਜਾਣ ਦੇ ਸੰਕੇਤ ਮਿਲ ਰਹੇ ਨੇ। ਕੱਲ੍ਹ ਵੀ ਇੱਦਾਂ ਦੀਆਂ ਖਬਰਾਂ ਆਈਆਂ ਨੇ, ਇਸ ਤੋਂ ਪਹਿਲਾਂ ਵੀ ਨਿਤੀਸ਼ ਕੁਮਾਰ ਦੀ ਅਗਵਾਈ ਥੱਲੇ ਵਾਮਪੰਥੀ ਲੋਕਾਂ ਦੇ ਥੱਲੇ ਜਿਹੜੇ ਬਾਕੀ ਹੋਰ ਸ਼ਰਦ ਪਵਾਰ ਜੀ ਨੇ, ਠੀਕ ਹੈ ਨਾ, ਉਹਨਾਂ ਤੋਂ ਬਿਨਾਂ ਮਮਤਾ ਜੀ ਵੀ ਨੇ, ਕਿ ਉਹਨਾਂ ਨੂੰ ਸ਼ਾਇਦ ਇਕੱਠੇ ਹੋ ਕੇ ਅਸੀਂ ਕੋਈ ਇੱਕ ਵਿਰੋਧੀ ਧਿਰ ਦਾ ਇੱਕ ਮੰਚ ਬਣਾਈਏ ਜਾਂ ਇੱਕ ਗਰੁੱਪ ਬਣਾਈਏ ਜਿਹਦੇ ਨਾਲ ਅਸੀਂ ਸਾਰੇ ਵਿਰੋਧੀ ਦਲ ਇਕੱਠੇ ਕਰੀਏ। ਉਸ ਦੇ ਵਿੱਚ ਜੇ ਉਹ ਕਾਂਗਰਸ ਨੂੰ ਹੀ ਖੇਰੂ ਕਰਨ 'ਚ ਕਾਮਯਾਬ ਹੋ ਜਾਂਦੇ ਨੇ
ਕਿਸੇ ਵੀ ਤਰ੍ਹਾਂ, ਤਾਂ ਕੁਦਰਤੀ ਹੈ ਇਹ ਬੀਜੇਪੀ ਲਈ ਬਹੁਤ ਵੱਡਾ ਵਰਦਾਨ ਹੋਏਗਾ, ਜਿੱਤ ਹੋਏਗੀ ਇਹ। ਹੁਣ ਜੇ ਆਪਾਂ ਗੱਲ ਕਰੀਏ ਰਾਜਸਥਾਨ ਦੀ, ਇਹਦੇ ਵਿੱਚ ਹੋ ਸਕਦਾ ਹੈ ਦੋ ਹੀ ਗੱਲਾਂ ਹੋ ਗਈਆਂ ਨਾ, ਕਿ ਇਹ ਵੀ ਚਾਂਸਸ ਨੇ ਕਿ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਉਹ ਬਾਦਲ ਪਰਿਵਾਰ ਵਾਂਗੂ, ਜੇ ਆਪਾਂ ਆਮ ਲੋਕਾਂ ਨੂੰ ਸਮਝਾਈਏ ਕਿ ਬਾਦਲ ਸਾਹਿਬ ਤੇ ਸੁਖਬੀਰ ਬਾਦਲ ਇੱਕੋ ਹੀ ਨੇ, ਪਰ ਉਹ ਆਪਦੇ ਗਰੁੱਪ ਨੂੰ ਹੋਰ ਕੁਝ ਕਹਿੰਦਾ ਹੈ, ਦੂਜੇ ਗਰੁੱਪ ਨੂੰ ਕੁਝ ਹੋਰ ਕਹਿੰਦਾ ਹੈ। ਜਦੋਂ ਉਹਨਾਂ ਨੇ ਸਿਆਸਤ ਰਚੀ, ਮਜੀਠੀਆ ਕੁਝ ਹੋਰ ਕਹਿੰਦਾ ਹੈ, ਸਿਮਰਤ ਬਾਦਲ ਕੁਝ ਹੋਰ ਕਹਿੰਦੀ ਹੈ, ਉਹ ਆਪਸ ਵਿੱਚ ਜਾਣ-ਬੁੱਝ ਕੇ ਕਰਦੇ ਰਹੇ, ਲੇਕਿਨ ਸੈਂਟਰ ਤੇ ਸਾਰੀ ਗੱਲ ਸਾਂਝੀ ਕਰਦੇ ਰਹੇ। ਇਹੋ ਜਿਹੇ ਦੋਸ਼ ਵਿਸ਼ਲੇਸ਼ਕ ਨੇ ਜਿਹੜੇ, ਉਹ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਜੀ ਤੇ ਵੀ ਲਾਉਂਦੇ ਨੇ ਕਿ ਇਹ ਸਮਝਿਆ ਜਾਂਦਾ ਸੀ ਕਿ ਗਹਿਲੋਟ ਨੂੰ ਸੋਨੀਆ ਗਾਂਧੀ ਜੀ ਦਾ ਥਾਪੜਾ ਵੱਧ ਹੈ ਤੇ ਸਚਿਨ ਪਾਇਲਟ ਨੂੰ ਰਾਹੁਲ ਦੀ ਜਿਹੜੀ ਸ਼ਾਬਾਸ਼ ਹੈ ਉਹ ਵੱਧ ਹੈ, ਕਿਉਂਕਿ ਉਹ ਜਿਹੜਾ ਪਹਿਲਾ ਬਿਆਨ ਜਦੋਂ ਆਪਾਂ ਦੇਖੀਏ ਨਾ, ਜੇ ਫੁੱਟ ਦਾ ਮੁੱਢ ਦੇਖੀਏ, ਗਹਿਲੋਟ ਨੇ ਐਕਸੈਪਟ ਕਰਦੇ ਹੋਏ ਇਹ ਕਿਹਾ ਕਿ ਇਸ ਤਰ੍ਹਾਂ ਦੀ, ਉਹਨੇ ਇੱਕ ਬਿਆਨ ਦਿੱਤਾ ਪਬਲਿਕਲੀ ਕਿ ਇਹਦੇ ਵਿੱਚ ਕੋਈ ਖਾਸ ਗੱਲ ਨਹੀਂ, ਇੱਕ ਵਿਅਕਤੀ ਦੋ ਅਹੁਦਿਆਂ ਤੇ ਰਹਿ ਸਕਦਾ ਹੈ। ਜਾਣੀ ਕਿ ਉਹਨੇ ਸੰਕੇਤ ਦਿੱਤਾ ਕਿ ਮੈਂ ਮੁੱਖ ਮੰਤਰੀ ਵੀ ਰਹਿ ਸਕਦਾ ਤੇ ਕਾਂਗਰਸ ਦਾ ਪ੍ਰਧਾਨ ਵੀ ਹੋ ਸਕਦਾ। ਪਰੰਤੂ ਕੁਝ ਦਿਨਾਂ ਬਾਅਦ ਰਾਹੁਲ ਗਾਂਧੀ ਨੇ ਇੱਕ ਸਟੇਟਮੈਂਟ ਦੇ ਕੇ ਇਹ ਲੜਾਈ ਨੂੰ ਅੱਗੇ ਵਧਾਇਆ ਕਿ ਨਹੀਂ, ਇੱਕ ਵਿਅਕਤੀ ਇੱਕ ਪੋਸਟ ਦਾ ਸਿਧਾਂਤ ਹੈ ਜਿਹੜਾ ਉਹ ਲਾਗੂ ਰੱਖਣਾ ਚਾਹੀਦਾ ਹੈ। ਹੁਣ ਉਹਦੇ ਵਿੱਚ ਇਹ ਕਲੀਅਰ ਹੋ ਗਿਆ ਕਿ ਗਹਿਲੋਟ ਨੂੰ ਇਹ ਪੋਸਟ ਛੱਡਣੀ ਪਊਗੀ ਮੁੱਖ ਮੰਤਰੀ ਦੀ। ਤਦ ਗਹਿਲੋਟ ਚਾਹੁੰਗੇ ਵੀ ਜੇ ਮੈਂ ਛੱਡੂੰਗਾ ਤਾਂ ਅੱਗੇ ਕੋਈ ਮੇਰੇ ਗਰੁੱਪ 'ਚੋਂ ਉਹ ਵਿਅਕਤੀ ਜਿਹੜਾ ਮੈਨੂੰ ਹੀ ਵਫਾਦਾਰ ਹੋਵੇ ਉਹ ਮੁੱਖ ਮੰਤਰੀ ਹੋਣਾ ਚਾਹੀਦਾ ਹੈ, ਜਦੋਂ ਕਿ MLAs ਦੀ ਗਿਣਤੀ ਉਹਨਾਂ ਨਾਲ ਜ਼ਿਆਦਾ ਹੈ। ਇਹ ਸੱਚ ਹੈ ਕਿ ਕਾਂਗਰਸ ਵਾਲਾ ਪੱਖ ਪੂਰਾ ਹੋ ਗਿਆ, ਆਪਾਂ ਕਿ ਕਾਂਗਰਸ ਵੀ ਇਹਨੂੰ ਬੜਾਵਾ ਦੇ ਸਕਦੀ ਹੈ, ਪਰ ਕਈ ਵਾਰੀ ਜਿਹੜੀ ਗੱਲ ਨੂੰ ਆਪਾਂ ਵਧਾ ਚੜਾ ਕੇ ਪੇਸ਼ ਕਰ ਰਹੇ ਹੁੰਦੇ ਹਾਂ, ਕਈ ਵਾਰੀ ਉਹ ਸਾਡੀ ਗਲੇ ਦੀ ਹੱਡੀ ਬਣ ਜਾਂਦੀ ਹੈ। ਹੁਣ ਜੇ ਆਪਾਂ ਗੱਲ ਕਰੀਏ ਇਸੇ ਤੇ ਕਿ ਬੀਜੇਪੀ ਦਾ ਕੀ ਰੋਲ ਹੈ, ਬੀਜੇਪੀ ਵੀ ਚਾਹੂਗੀ ਤਾਂ ਕਿ ਜਿੰਨਾ ਕਾਂਗਰਸ ਦੇ ਵਿੱਚ ਦੁਫੇੜ ਪੈਂਦੀ ਹੈ ਉਨੀ ਬੀਜੇਪੀ ਨੂੰ ਸੂਟ ਕਰਦੀ ਹੈ, ਪਰੰਤੂ ਸੇਮ ਸਿਚੁਏਸ਼ਨ ਗਰੁੱਪ ਪੋਲੀਟਿਕਸ ਦੇ ਵਿੱਚ ਬੀਜੇਪੀ ਦੀ ਵੀ ਹੈ ਉੱਥੇ। ਜਿਹੜਾ ਮੈਨੂੰ ਮਤਲਬ ਇਹ ਗੱਲ ਦੀ ਪੁਖਤਾ ਜਾਣਕਾਰੀ ਹੈ ਕਿ ਜਿਹੜਾ ਸਚਿਨ ਪਾਇਲਟ ਵਾਲਾ ਕੂਪ ਸੀ ਉਹ ਬੀਜੇਪੀ ਤੋਂ ਕਾਮਯਾਬ ਕਿਉਂ ਨਹੀਂ ਹੋਇਆ, ਹੋ ਸਕਦਾ ਸੀ ਉਹ ਸਿਰਫ ਇਸ ਕਰਕੇ ਨਹੀਂ ਹੋਇਆ ਕਿ ਬੀਜੇਪੀ ਦੇ ਵਿੱਚ ਵੀ ਬਗਾਵਤ ਹੋਣ ਨੂੰ ਤਿਆਰ ਸੀ। ਮੁੱਖ ਮੰਤਰੀ ਦੇ ਅਹੁਦੇ ਤੇ ਰਾਜਸਥਾਨ 'ਚ ਵੀ ਇੱਕ ਤੋਂ ਵੱਧ ਕੈਂਡੀਡੇਟ ਨੇ, ਤੇ ਜੇ ਉਹ ਉੱਥੇ ਐਦਾਂ ਦੀ ਪੋਜੀਸ਼ਨ ਸੀ। ਅੱਛਾ, ਦੂਜਾ ਇਹ ਹੈ ਕਿ ਉਹ ਇੰਟਰ ਗਰੁੱਪ ਰਿਲੇਸ਼ਨਸ਼ਿਪ ਬੜਾ ਕਮਾਲ ਦਾ ਉੱਥੇ ਜਿਹੜੇ ਬਾਕੀ ਧੜੇ ਨੇ, ਵਸੁੰਧਰਾ ਰਾਜੇ ਸਪੋਰਟ ਕਰਦੀ ਹੈ ਗਹਿਲੋਟ ਨੂੰ। ਬੀਜੇਪੀ ਵਸੁੰਧਰਾ ਰਾਜੇ ਦੀ ਥਾਂ ਤੇ ਜਦੋਂ ਕਿਸੇ ਨੂੰ ਹੋਰ ਮੁੱਖ ਮੰਤਰੀ ਬਣਾਊਗੀ ਤਾਂ ਉਹਨਾਂ ਤੇ ਕੀ ਦਬਾਅ ਹੈ ਕਿਤੇ ਇਹ ਨਾ ਹੋਵੇ ਕਿ ਵਸੁੰਧਰਾ ਰਾਜੇ ਤੇ ਗਹਿਲੋਟ ਫਿਰ ਇਕੱਠੇ ਹੋ ਜਾਣ, ਉਹਨੇ MLA ਬੀਜੇਪੀ 'ਚੋਂ ਬਗਾਵਤ ਹੋ ਕੇ ਦੂਜੇ ਪਾਸੇ ਚਲੇ ਜਾਣ। ਜਿਹੜਾ ਬੀਜੇਪੀ ਨੂੰ ਹਾਲੇ ਤੱਕ ਬੀਜੇਪੀ ਦੂਜੀ ਪਾਰਟੀਆਂ 'ਚ ਬਗਾਵਤ ਕਰਾਉਂਦੀ ਆਈ ਹੈ, ਪਰ ਜੇ ਇੱਦਾਂ ਦੀ ਸਿਚੁਏਸ਼ਨ ਹੋ ਗਈ ਤਾਂ ਇਹ ਬੀਜੇਪੀ ਲਈ ਵੀ ਬਹੁਤ ਵੱਡੀ ਘਾਤਕ ਇੱਕ ਵਾਕਿਆ ਹੋਊਗਾ ਕਿ ਇਹ ਤਾਂ ਇਹਨਾਂ ਦੇ ਵਿੱਚ ਵੀ ਹੋ ਗਿਆ, ਔਰ ਬੀਜੇਪੀ ਨੂੰ ਉਹਦੇ ਲਈ ਕਹਿਣ ਲਈ ਕੋਈ ਗੱਲ ਨਹੀਂ ਹੋਏਗੀ। ਮਤਲਬ ਜਦੋਂ ਉਹ ਫੇਰ ਜਾ ਕੇ ਜਿਹੜਾ ਕਰਦੇ ਹੁੰਦੇ ਨੇ ਸਾਰੀਆਂ ਰਾਜਨੀਤਿਕ ਪਾਰਟੀਆਂ, ਉਹ ਨੈਤਿਕਤਾ ਦੀ ਦੁਹਾਈ ਦੇਣਗੇ ਕਿ ਇਹ ਜੀ ਲੋਕਤੰਤਰ ਨਾਲ ਧੋਖਾ ਹੈ, ਤੇ ਮਤਲਬ ਫਿਰ ਉਹੀ ਗੱਲ ਆਊਗੀ ਕਿ ਜੇ ਬੀਜੇਪੀ ਕਰੇ ਫਿਰ ਤਾਂ ਲੋਕਤੰਤਰ ਨਾਲ ਧੋਖਾ ਨਹੀਂ ਹੈ, ਜੇ ਕੋਈ ਹੋਰ ਕਰੇ, ਜਿਵੇਂ ਨਤੀਸ਼ ਹੁਣ ਨਿਕਲ ਗਏ, ਉਹਨਾਂ ਨੇ ਕਿਹਾ ਕਿ ਇਹ ਧੋਖਾ ਹੈ। ਮਤਲਬ ਇਹਦੇ ਵਿੱਚ ਇਹ ਵੀ ਹੈ ਨਾ, ਜੇ ਇਹ ਧੋਖਾ ਹੈ ਤਾਂ ਕੁਦਰਤੀ ਹੈ, ਫਿਰ ਜੇ ਇਹ ਧੋਖਾ ਹੈ ਤਾਂ ਬੀਜੇਪੀ ਨਾਲ ਬੀਜੇਪੀ ਨੇ ਕਿੰਨੀਆਂ ਸਟੇਟਾਂ 'ਚ ਫਿਰ ਲੋਕਤੰਤਰ ਨਾਲ ਧੋਖਾ ਕੀਤਾ ਜੇ ਇਹਨੂੰ ਆਪਾਂ ਲਈਏ। ਸੋ ਇਸ ਕਰਕੇ ਰਾਜਸਥਾਨ ਦੇ ਵਿੱਚ ਇੱਕ ਸਥਿਤੀ ਇਹ ਵੱਖਰੀ ਹੈ। ਉੱਥੇ ਜਿਵੇਂ ਆਪਾਂ ਕਹੀਏ ਨਾ ਕਿ ਮੱਧ ਪ੍ਰਦੇਸ਼ ਦੇ ਵਿੱਚ ਉੱਥੇ ਸ਼ਿਵਰਾਜ ਚੌਹਾਨ ਇੱਕਮਾਤਰ ਲੀਡਰ ਬੀਜੇਪੀ ਦਾ ਸੀ ਜਿਹੜਾ ਮੁੱਖ ਮੰਤਰੀ ਦੀ ਗੱਦੀ ਤੇ ਆ ਕੇ ਠੀਕ ਚੱਲ ਗਿਆ, ਹੇਠਾਂ ਤੋਂ ਬਗਾਵਤ ਨਹੀਂ ਹੋਈ। ਲੇਕਿਨ ਇੱਥੇ ਜੇਕਰ ਵਸੁੰਧਰਾ ਰਾਜੇ ਨੂੰ ਪ੍ਰਧਾਨ ਮੰਤਰੀ ਮੁੱਖ ਮੰਤਰੀ ਬਣਾਇਆ ਜਾ ਰਿਹਾ ਹੈ ਰਾਜਸਥਾਨ ਦਾ, ਤਾਂ ਜਿਹੜੇ ਵਿਅਕਤੀਆਂ ਨੇ
ਸਚਿਨ ਪਾਇਲਟ ਦੇ ਗਰੁੱਪ ਵਿੱਚੋਂ, ਮੈਂ ਨਹੀਂ ਕਹਿੰਦਾ ਸਚਿਨ ਪਾਇਲਟ ਨਾਲ, ਸਚਿਨ ਪਾਇਲਟ ਦੇ ਗਰੁੱਪ ਵਿੱਚੋਂ ਘਾਤ ਲਾਉਣੀ ਸੀ, ਉਹ ਵਸੁੰਧਰਾ ਨੂੰ ਸਪੋਰਟ ਨਹੀਂ ਕਰਦੇ। ਮਤਲਬ ਇਸ ਕਰਕੇ ਉਹ ਸਰਕਾਰ ਸ਼ਾਇਦ ਉਲਟਣੋਂ ਬਚ ਗਈ ਉਦੋਂ, ਨਹੀਂ ਸ਼ਾਇਦ ਬੀਜੇਪੀ ਨੂੰ ਉੱਥੇ ਇਹ ਤਾਕਤ ਮਿਲਦੀ। ਔਰ ਉਹ ਸਥਿਤੀ ਨੂੰ ਗਹਿਲੋਟ ਸਾਹਿਬ ਚੰਗੀ ਤਰ੍ਹਾਂ ਭਾਂਪਦੇ ਹੋਏ, ਚੰਗੀ ਤਰ੍ਹਾਂ ਸਮਝਦੇ ਹੋਏ ਇਹ ਸਮਝਦੇ ਹੈ ਕਿ ਰਾਜਸਥਾਨ ਦੇ ਵਿੱਚ ਤਾਕਤ ਮੇਰੇ ਹੱਥ ਵਿੱਚ ਵੀ ਰਹੂਗੀ। ਪਰੰਤੂ ਸਭ ਤੋਂ ਵੱਡੀ ਦਿੱਕਤ ਇਹ ਹੈ ਕਿ ਹੁਣ ਸਰਕਾਰ ਕੋਲ ਕੋਈ ਤਾਕਤ ਹੈ ਨਹੀਂ, ਕੇਂਦਰ 'ਚ ਸਰਕਾਰ ਨਹੀਂ ਹੈ। ਨਹੀਂ ਤਾਂ ਇਹ ਹੁੰਦਾ ਨਾ ਕਿ ਇੱਕ ਨੂੰ ਮੁੱਖ ਮੰਤਰੀ, ਇੱਕ ਨੂੰ ਸੈਂਟਰ 'ਚ ਵਜ਼ੀਰ ਬਣਾ ਕੇ ਕਿਵੇਂ ਤਰ੍ਹਾਂ ਚਲਾ ਲਿਆ ਜਾਂਦਾ ਹੈ। ਹੁਣ ਇਸ ਕਰਕੇ ਜੇਕਰ ਸਚਿਨ ਪਾਇਲਟ ਨੂੰ ਕੋਈ ਤਾਕਤ ਨਹੀਂ ਦਿੰਦੇ ਤਾਂ ਇਹ ਵੀ ਮੁਸ਼ਕਿਲ ਹੋਏਗਾ। ਸਚਿਨ ਪਾਇਲਟ ਵੀ ਇੱਕ ਵੱਡੀ ਤਾਕਤ ਹੈ, ਭਾਵੇਂ ਜੇ ਆਪਾਂ 18-20 MLA ਵੀ ਕਹੀਏ, 18-20 ਵੀ ਕੋਈ ਘੱਟ ਨਹੀਂ ਹੁੰਦੇ, ਬਿਲਕੁਲ ਉਹ ਵੀ ਬਹੁਤ ਜ਼ਿਆਦਾ ਸੀਟਾਂ ਹੁੰਦੀਆਂ ਨੇ, ਸਪੈਸ਼ਲੀ ਜਦੋਂ ਕੰਪੀਟੀਸ਼ਨ ਹੁੰਦਾ ਹੈ। ਕੰਪੀਟੀਸ਼ਨ 'ਚ ਜਦੋਂ ਤੁਸੀਂ ਬਰਾਬਰ ਦੀ ਲੜਾਈ ਹੈ, ਔਰ ਰਾਜਸਥਾਨ 'ਚ ਤਾਂ ਸੱਚੀ ਵਿੱਚ ਹੈ ਵੀ ਬਰਾਬਰ ਦੀ ਲੜਾਈ, ਉਹ ਬਰਾਬਰ ਦੀ ਲੜਾਈ 'ਚ ਤਾਂ 2 MLA 4 MLA ਬਹੁਤ ਵੱਡੀ ਗੱਲ ਹੁੰਦੀ ਹੈ। ਸੋ ਇਸ ਕਰਕੇ ਇਹ ਹੋਰ ਤਰ੍ਹਾਂ ਦੀ ਸਿਚੁਏਸ਼ਨ ਹੈ। ਬਾਕੀ ਇਹ ਗੱਲ ਕਲੀਅਰ ਹੈ ਕਿ ਇਹ ਜਿਹੜਾ ਸਾਰਾ ਰਿਜ਼ਲਟ ਹੈ ਇਹ ਕੇਂਦਰੀਕਰਨ ਦੀਆਂ ਨੀਤੀਆਂ ਦਾ, ਇਹ ਕਾਂਗਰਸ ਨੇ ਵੀ ਰੱਖੀਆਂ। ਹਾਂ, ਇਹ ਗੱਲ ਮੈਂ ਤੁਹਾਨੂੰ ਇੱਥੇ ਇਹ ਵੀ ਜ਼ਿਕਰ ਕਰਨਾ ਚਾਹੂੰਗਾ ਕਿ ਅੱਜ ਤੱਕ ਬੀਜੇਪੀ ਦੀ ਕੇਂਦਰੀਕਰਨ ਦੀ ਨੀਤੀ ਕਾਮਯਾਬ ਹੈ, ਪਰ ਜਦੋਂ ਇੱਥੇ ਹਿੱਲਜੁਲ ਹੋਗੀ ਜੀ ਤਾਂ ਇਹਦਾ ਰਿਜ਼ਲਟ ਇੱਥੇ ਵੀ ਇਹੀ ਆਊਗਾ। ਇੱਥੇ ਵੀ ਇਸ ਤਰ੍ਹਾਂ ਹੀ ਸਟੇਟਾਂ 'ਚ ਜਾ ਕੇ ਗੜਬੜ ਹੋ ਜੂਗੀ, ਕਿਉਂਕਿ ਬਹੁਤ ਲੰਮਾ ਸਮਾਂ ਇਹ ਕੇਂਦਰੀਕਰਨ ਦੀ ਨੀਤੀ ਨੂੰ ਨਹੀਂ ਚਲਾਇਆ ਜਾ ਸਕਦਾ, ਇਹ ਅਸੰਭਵ ਲੱਗਦਾ ਹੈ। ਇਸੇ ਕਰਕੇ ਕਾਂਗਰਸ ਹੁਣ ਇਹ ਦਿਖਾਉਣਾ ਚਾਹੁੰਦੀ ਹੈ ਕਿ ਅਸੀਂ ਕੇਂਦਰੀ ਜਿਹੜਾ ਨੇਤਰਤਵ ਹੈ ਉਹਨੂੰ ਅਸੀਂ ਉਹਦਾ ਵਿਕੇਂਦਰੀਕਰਨ ਕਰ ਰਹੇ ਹਾਂ, ਉਹਨੂੰ ਅਸੀਂ ਬਹੁਤੇ ਲੋਕਾਂ 'ਚ ਲੈ ਕੇ ਜਾ ਰਹੇ ਹਾਂ, ਥੋੜ੍ਹੇ ਲੋਕਾਂ ਦੇ ਕੰਟਰੋਲ 'ਚ ਨਹੀਂ ਹੈ। ਇਹ ਸੁਨੇਹਾ ਦੇਣ 'ਚੋਂ ਕਾਮਯਾਬ ਹੋਣਗੇ ਨਹੀਂ ਹੋਣਗੇ ਇਹ ਆਉਣ ਵਾਲਾ ਸਮਾਂ ਦੱਸੇਗਾ। ਰਾਜਸਥਾਨ ਦੇ ਵਿੱਚ ਇਹਦੇ ਰਿਜ਼ਲਟ ਕੀ ਆਉਣਗੇ ਇਹ ਆਉਣ ਵਾਲਾ ਸਮਾਂ ਦੱਸੇਗਾ। ਪਰੰਤੂ ਹਾਲੇ ਕਾਂਗਰਸ ਲਈ ਫਿਰ ਇੱਕ ਖਤਰੇ ਦੀ ਘੰਟੀ ਜ਼ਰੂਰ ਹੈ। ਜੀ ਬਿਲਕੁਲ, ਦੇਖਦੇ ਹਾਂ ਧਾਲੀਵਾਲ ਸਾਹਿਬ ਅੱਗੇ ਕੀ ਬਣਦਾ। ਬਹੁਤ ਬਹੁਤ ਸ਼ੁਕਰੀਆ ਵਿਚਾਰ ਰੱਖਣ, ਧੰਨਵਾਦ ਤੁਹਾਡਾ। ਦੋਸਤੋ, ਮੇਰੇ ਨਾਲ ਜੁੜੇ ਹੋਏ ਸੀ ਸਿਆਸੀ ਮਾਹਿਰ ਪ੍ਰੋਫੈਸਰ ਰਣ ਸਿੰਘ ਧਾਲੀਵਾਲ, ਰਾਜਸਥਾਨ ਦੇ ਸਿਆਸੀ ਸੰਕਟ ਉੱਤੇ ਗੱਲਬਾਤ ਕੀਤੀ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕਰਾਣ ਪੰਜਾਬੀ 'ਤੇ। ਧੰਨਵਾਦ।